ਧੰਨ ਵਾਹਿਗੁਰੂ ਜੀਓ। ਸ਼ਲੋਕ ਮਹਲਾ ਪਹਿਲਾ। ਮੁਸਲਮਾਨਾਂ ਸਿਫਤ ਸ਼ਰੀਅਤ, ਪੜ੍ਹ ਪੜ੍ਹ ਕਰਹਿ ਵਿਚਾਰ। ਬੰਦੇ ਸੇ ਜੇ ਪਵੈ ਵਿੱਚ ਬੰਦੀ, ਵੇਖਣ ਕਉ ਦੀਦਾਰ। ਹਿੰਦੂ ਸਾਲਾਹੀ ਸਾਲਾਹਨ, ਦਰਸ਼ਨ ਰੂਪ ਅਪਾਰ। ਤੀਰਥ ਨਾਵੈ ਅਰਚਾ ਪੂਜਾ, ਅਗਰ ਵਾਸ ਬਹਿਕਾਰ। ਜੋਗੀ ਸੁਨ ਧਿਆਵਨ ਜੇਤੇ, ਅਲਖ ਨਾਮ ਕਰਤਾਰ। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾਇਆ ਕਾਰ। ਸਤਿਆਂ ਮਨ ਸੰਤੋਖ ਉਪਜੈ, ਦੇਣੈ ਕੈ ਵਿਚਾਰ। ਦੇ ਦੇ ਮੰਗੈ ਸਹਸਾ ਗੁਣਾ, ਸ਼ੋਭ ਕਰੇ ਸੰਸਾਰ। ਚੋਰਾਂ ਜਾਰਾਂ ਤੈ ਕੂੜਿਆਰਾਂ, ਖਾਰਾਬਾ ਵੇਕਾਰ। ਇੱਕ ਹੁੰਦਾ ਖਾਏ ਚੱਲੈ ਐ ਥਾਉ, ਤਿਨਾ ਭੇ ਕਾਈ ਕਾਰ। ਜਲ ਥਲ ਜੀਆਂ ਪੁਰੀਆਂ ਲੋਆਂ, ਆਕਾਰਾਂ ਆਕਾਰ। ਓਏ ਜੇ ਆਖਹਿ ਸੋ ਤੂੰ ਹੈ ਜਾਣਹਿ, ਤਿਨਾ ਪੇ ਤੇਰੀ ਸਾਰ। ਨਾਨਕ ਭਗਤਾਂ ਭੁਖ ਸਾਲਾਹਣ, ਸਚ ਨਾਮ ਆਧਾਰ। ਸਦਾ ਆਨੰਦ ਰਹੈ ਦਿਨ ਰਾਤੀ, ਗੁਣਵੰਤਿਆਂ ਪਾਸ਼ਾਰ। ਸਦਾ ਆਨੰਦ ਰਹੈ ਦਿਨ ਰਾਤੀ, ਗੁਣਵੰਤਿਆਂ ਪਾਸ਼ਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ, ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਹਜ਼ੂਰ ਸਤਿਗੁਰਾਂ ਦੀ ਅੰਮ੍ਰਿਤਮਈ ਸੰਗਤ ਦਾ ਲਾਹਾ ਪ੍ਰਾਪਤ ਕਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਮਾਲਕ ਨੇ ਕਿਰਪਾ ਕੀਤੀ ਹੈ ਆਪਾਂ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਪਾਠ ਔਰ ਕੀਰਤਨ ਦੇ ਰੂਪ ਵਿੱਚ ਆਪ ਜੀ ਨੇ ਸਤਿਗੁਰੂ ਦੇ ਹਜ਼ੂਰੀ ਸਿੱਖਾਂ ਪਾਸੋਂ ਸਰਵਣ ਕੀਤੀ ਹੈ। ਪਿਛਲੇਰੇ ਦੀਵਾਨਾਂ ਵਿੱਚ ਜੋ ਲੜੀਵਾਰ ਆਸਾ ਦੀ ਵਾਰ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਆਪਾਂ ਪ੍ਰਾਰੰਭ ਕੀਤੀ ਹੈ, ਕਿਉਂਕਿ ਵਿੱਚੋਂ ਕੁਝ ਦਿਨ ਆਪਾਂ ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ
ਮਹਾਨ ਸਾਹਿਬਜ਼ਾਦੇ ਮਾਤਾ ਜੀ ਔਰ ਸਤਿਗੁਰਾਂ ਦੇ ਹਜ਼ੂਰੀ ਸਿੱਖ ਮੁਰੀਦਾਂ ਦੀ ਮਹਾਨ ਘਾਲਣਾ ਨੂੰ ਆਪਾਂ ਸਿਜਦਾ ਕੀਤਾ ਹੈ ਇਤਿਹਾਸ ਦੇ ਰਾਹੀਂ। ਸੋ ਆਸਾ ਦੀ ਵਾਰ ਦੀ ਇਸ ਵਿਚਾਰ ਦੀ ਲੜੀ ਨੂੰ ਆਪਾਂ ਅਗੇਰੇ ਤੋਰਨ ਦਾ ਯਤਨ ਕਰਦੇ ਹਾਂ। ਜਿਸ ਪਾਵਨ ਸ਼ਲੋਕ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਇਹ 6ਵੀਂ ਪੌੜੀ ਦੇ ਨਾਲ ਸੰਬੰਧਿਤ ਪਹਿਲਾ ਸ਼ਲੋਕ ਹੈ। 6ਵੀਂ ਪੌੜੀ ਦੇ ਨਾਲ ਕੁੱਲ 2 ਸ਼ਲੋਕ ਦਰਜ ਨੇ, ਕਿਉਂਕਿ ਜਿਹੜਾ ਭਾਵ ਪੌੜੀ ਦੇ ਵਿੱਚ ਦਰਜ ਹੈ ਉਸੇ ਦੀ ਵਿਆਖਿਆ ਸ਼ਲੋਕਾਂ ਵਿੱਚ ਕੀਤੀ ਗਈ ਹੈ। ਜਿਵੇਂ ਬੀਜ ਆਪਾਂ ਜ਼ਮੀਨ ਦੇ ਵਿੱਚ ਬੀਜਦੇ ਹਾਂ ਅਤੇ ਉਹ ਪ੍ਰਫੁੱਲਤ ਹੁੰਦਾ ਹੈ, ਉਸ ਦਾ ਤਣਾ ਵੱਝਦਾ ਹੈ, ਲਗਰਾਂ ਫੁੱਟਦੀਆਂ ਹਨ, ਟਾਹਣੀਆਂ ਹੁੰਦੀਆਂ ਹਨ, ਫੁੱਲ, ਪੱਤੇ, ਫਲ, ਇਹ ਸਾਰਾ ਕੁਝ ਇੱਕ ਬੀਜ ਵਿੱਚੋਂ ਉਤਪੰਨ ਹੁੰਦਾ ਹੈ। ਇਸੇ ਤਰ੍ਹਾਂ ਕਿਸੇ ਇੱਕ ਨੁਕਤੇ ਨੂੰ ਸਮਝਾਉਣ ਵਾਸਤੇ ਜਿਹੜੀ ਉਸ ਦੀ ਵਿਆਖਿਆ ਹੈ, ਤਫਸੀਲ ਦਿੱਤੀ ਜਾਂਦੀ ਹੈ, ਐਕਸਪਲੇਨੇਸ਼ਨ ਦਿੱਤੀ ਜਾਂਦੀ ਹੈ। ਵੱਖ-ਵੱਖ ਪਹਿਲੂਆਂ ਤੋਂ ਸਾਨੂੰ ਜੀਵਨ ਦੇ ਜਿਹੜੇ ਪਹਿਲੂ ਹਨ ਉਹਨਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਸੋ ਪਾਤਸ਼ਾਹ ਜੀ ਨੇ ਜਿਹੜਾ ਇਸ ਪੌੜੀ ਦਾ ਜੋ 6ਵੀਂ ਪੌੜੀ ਦਾ ਤਤ ਭਾਵ ਹੈ, ਉਸ ਵਿੱਚ ਮਹਾਰਾਜ ਨੇ ਕਿਹਾ ਵੀ ਸਤਿਗੁਰੂ ਤੋਂ ਬਿਨਾਂ ਪਰਮੇਸ਼ਰ ਦੀ ਨੇੜਤਾ ਜੀਵ ਨੂੰ ਹਾਸਲ ਨਹੀਂ ਹੁੰਦੀ, ਕਿਉਂਕਿ ਗੁਰੂ ਹੀ ਮਨੁੱਖ ਨੂੰ ਇਸ ਯੋਗ ਬਣਾਉਂਦਾ ਹੈ ਕਿ ਮਨੁੱਖ ਆਪਣੇ ਹਿਰਦੇ ਵਿੱਚ, ਆਪਣੀ ਸੁਰਤ ਵਿੱਚ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਟਿਕਾ ਸਕੇ। ਇਸ ਲਾਇਕ ਬਣਨ ਲਈ, ਯੋਗ ਬਣਨ ਲਈ, ਇਸ ਪਾਏ ਦੇ ਬਣਨ ਲਈ ਗੁਰੂ ਸਾਡੀ ਇਮਦਾਦ ਕਰਦਾ ਹੈ, ਮਦਦ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਸਾਨੂੰ ਇਸ ਯੋਗ ਬਣਾਉਂਦਾ ਹੈ। ਪਰ ਇਹ ਯੋਗਤਾ ਉਹਨਾਂ ਚਿਰ ਨਹੀਂ ਬਣਦੀ ਜਿੰਨਾ ਚਿਰ ਸਾਡੇ ਅੰਦਰੋਂ ਮੋਹ ਨਾ ਚੁੱਕਿਆ ਜਾਏ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਸਤਿਗੁਰੂ ਨੇ ਇਸ ਪੌੜੀ ਦੇ ਵਿੱਚ ਗੁਰੂ ਦੀ ਵੱਡੀ ਵਡਿਆਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਸਾਡੇ ਅੰਦਰੋਂ ਮੋਹ ਤੋੜ ਦਿੰਦਾ, ਮੋਹ ਚੁਕਾ ਦਿੰਦਾ। ਮੋਹ ਦਾ ਮਤਲਬ ਹੁੰਦਾ ਹੈ ਇੱਕ ਅਟੈਚਮੈਂਟ, ਉਹ ਅਟੈਚਮੈਂਟ ਜਿਹੜੀ ਸਾਨੂੰ ਇਹ ਭੁਲੇਖੇ ਵਿੱਚ ਪਾਏ, ਜਿਹੜੀ ਅਟੈਚਮੈਂਟ ਵਿੱਚ ਪੈ ਕੇ ਅਸੀਂ ਗੁਨਾਹ ਕਰੀਏ, ਪਾਪ ਵੀ ਕਰੀਏ, ਮੰਦੇ ਅਮਲ ਵੀ ਕਰੀਏ, ਸਾਡੇ 'ਚ ਕੋਈ ਚੰਗਾ ਅਮਲ ਵੀ ਨਾ ਹੋਵੇ ਤੇ ਫਿਰ ਵੀ ਸਾਨੂੰ ਭੁਲੇਖਾ ਪਿਆ ਰਵੇ ਵੀ ਅਸੀਂ ਸਹੀ ਜਾ ਰਹੇ ਹਾਂ। ਇਹ ਭੁਲੇਖਾ, ਇਹ ਮੋਹ ਕਰਕੇ ਪੈਦਾ ਹੁੰਦਾ ਹੈ। ਉਸ ਮੋਹ ਦੇ ਕਈ ਰੂਪ ਨੇ। ਤਾਂ ਉਸ ਨੂੰ ਮਹਾਰਾਜ ਨੇ ਫਿਰ ਹੁਣ ਪਹਿਲੇ ਸ਼ਲੋਕ ਵਿੱਚ ਬਿਆਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਇਸ ਸ਼ਲੋਕ ਨੂੰ ਜਦੋਂ ਆਪਾਂ ਸਮਝਣਾ ਹੈ ਤੇ ਇਹ 3-4 ਨੁਕਤੇ ਪਹਿਲਾਂ ਮੈਂ ਸਾਂਝੇ ਕਰ ਲਵਾਂ। ਮਹਾਰਾਜ ਨੇ ਸਾਡੇ ਮੁਸਲਮਾਨ ਭਰਾਵਾਂ ਦਾ ਜ਼ਿਕਰ ਕੀਤਾ ਹੈ, ਹਿੰਦੂ ਵੀਰਾਂ ਦਾ ਜ਼ਿਕਰ ਕੀਤਾ ਹੈ, ਜੋਗੀਆਂ ਦਾ ਜ਼ਿਕਰ ਕੀਤਾ ਹੈ, ਦਾਨ ਦੇਣ ਵਾਲਿਆਂ ਦਾ ਜ਼ਿਕਰ ਕੀਤਾ ਹੈ, ਫਿਰ ਵਕਾਰੀ ਤੇ ਮੰਦੇ ਅਮਲ ਕਮਾਉਣ ਵਾਲਿਆਂ ਦਾ ਜ਼ਿਕਰ ਕੀਤਾ। ਇਹਨਾਂ ਸਾਰਿਆਂ ਦਾ ਜ਼ਿਕਰ ਕਰਕੇ ਫਿਰ ਅਖੀਰ ਤੇ 2 ਪੰਕਤੀਆਂ ਵਿੱਚ ਆਪਣਾ ਮਤ ਪੇਸ਼ ਕੀਤਾ। ਜਿਵੇਂ ਆਪਾਂ ਕਿਸੇ ਨਾਲ ਵਿਚਾਰ ਕਰਦੇ ਹਾਂ, ਕਹੀਏ ਵੀ ਫਲਾਣੇ ਨੇ ਆਹ ਗੱਲ ਕਹੀ ਹੈ, ਦੂਜੇ ਵਿਅਕਤੀ ਨੇ ਆਹ ਕਹੀ ਹੈ, ਤੀਜੇ ਨੇ ਆਹ ਕਹੀ ਹੈ, ਮੇਰਾ ਮੰਨਣਾ ਆਹ ਹੈ। ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ, ਬੜੇ ਸ਼ਲੋਕ, ਬੜੇ ਬਚਨ ਇਸ ਤਰ੍ਹਾਂ ਦੇ ਆਉਣਗੇ ਜਿੱਥੇ ਮਹਾਰਾਜ ਨੇ ਦੂਜੇ ਮਤ ਦਾ ਖਿਆਲ ਪਹਿਲਾਂ ਦਰਜ ਕੀਤਾ, ਫਿਰ ਆਪਣੀ ਵਿਚਾਰ ਦਿੱਤੀ ਹੈ। ਜੇ ਇਹ ਖਿਆਲ ਸਾਨੂੰ ਸਮਝ ਵਿੱਚ ਆ ਜਾਏ ਤੇ ਬਾਣੀ ਨੂੰ ਸਮਝਣਾ ਸਾਡੇ ਲਈ ਹੋਰ ਸਹਿਲਾ ਤੇ ਸੌਖਾ ਹੋ ਜਾਂਦਾ। ਜਿਵੇਂ ਇੱਕ ਉਦਾਹਰਨ ਦੇਣਾ, ਜਪਜੀ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਪੌੜੀ ਮੈਂ ਤੁਹਾਡੇ ਸਨਮੁਖ ਰੱਖਦਾ ਹਾਂ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਹ ਹੁਣ 2 ਪੰਕਤੀਆਂ 'ਚ ਮਹਾਰਾਜ ਨੇ ਦੂਜੇ ਮਤ ਦਾ ਵਿਚਾਰ ਦਿੱਤਾ ਵੀ ਉਹ ਇਵੇਂ ਮੰਨਦੇ ਹਨ। ਫਿਰ ਇਸ ਬਾਰੇ ਗੁਰੂ ਸਾਹਿਬ ਕੀ ਕਹਿੰਦੇ ਨੇ, ਆਪਣਾ ਵਿਚਾਰ ਅੱਗੇ 3ਜੀ ਪੰਕਤੀ ਵਿੱਚ ਪ੍ਰਾਰੰਭ ਕੀਤਾ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਿਡਾਣ, ਆਦੇਸ ਤਿਸੈ ਆਦੇਸ,
ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਹੁਣ ਜੇ ਸਾਨੂੰ ਇਸ ਗੱਲ ਦੀ ਸਮਝ ਨਹੀਂ ਹੋਏਗੀ ਤੇ ਆਪਾਂ, ਜੇ ਮੇਰੇ ਵਰਗਾ ਕੋਈ ਵਿਅਕਤੀ ਇਹ ਕਹੀ ਜਾਏ ਕਿ ਮਹਾਰਾਜ ਨੇ ਕਿਹਾ ਹੈ, ਮਹਾਰਾਜ ਮੰਨਦੇ ਹਨ ਵੀ 3 ਦੇਵਤੇ ਹਨ ਜਿਹੜੇ ਸੰਸਾਰ ਨਹੀਂ, ਗੁਰੂ ਸਾਹਿਬ ਕਿੱਥੇ ਮੰਨਦੇ ਨੇ? ਗੁਰੂ ਸਾਹਿਬ ਤੇ ਮੰਨਦੇ ਨੇ ਪਰਮੇਸ਼ਰ ਦਾ ਹੁਕਮ ਸਾਰੀ ਕਾਇਨਾਤ ਨੂੰ ਚਲਾਉਂਦਾ। ਦੇਵਤੇ ਤਾਂ ਦੂਜੇ ਮਤ ਵਾਲੇ ਮੰਨਦੇ ਨੇ, ਗੁਰੂ ਸਾਹਿਬ ਨਹੀਂ ਮੰਨਦੇ। ਮਹਾਰਾਜ ਨੇ ਆਪਣਾ ਮਤ ਤੀਜੇ ਬਚਨ ਵਿੱਚ ਜਾ ਕੇ ਪੇਸ਼ ਕੀਤਾ ਹੈ। ਪਹਿਲੇ ਵਿੱਚ ਉਹਨਾਂ ਦਾ ਹਵਾਲਾ ਦਿੱਤਾ ਹੈ, ਉਹਨਾਂ ਬਾਰੇ ਦੱਸਿਆ ਵੀ ਉਹ ਇਸ ਤਰ੍ਹਾਂ ਮੰਨਦੇ ਹਨ, ਪਰ ਮੈਂ ਜੋ ਪਰਮੇਸ਼ਰ ਦੀ ਨੇੜਤਾ ਵਿੱਚੋਂ ਜਾਣਿਆ ਉਹ ਇਹ ਹੈ, ਜਿਵ ਤਿਸ ਭਾਵ ਹੈ। ਜਿਵੇਂ ਤਿਸ ਦਾ ਇਸ਼ਾਰਾ ਦੇਵਤਿਆਂ ਵੱਲ ਨਹੀਂ, ਤਿਸ ਦਾ ਇਸ਼ਾਰਾ ਏਕ ਓੰਕਾਰ ਵੱਲ ਹੈ। ਇਸੇ ਕਰਕੇ ਮੰਗਲਾਚਰਨ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੈ ਬਾਣੀ ਦੇ ਅਰਥ ਕਰਦਿਆਂ। ਜਿਵ ਤਿਸ ਭਾਵ ਹੈ, ਤਿਸ ਕੌਣ ਹੈ? ਤਿਸ ਪਰਮੇਸ਼ਰ ਹੈ, ਨਿਰੰਕਾਰ, ਜਿਸ ਦੀ ਬੰਦਗੀ ਮਹਾਰਾਜ ਗੁਰੂ ਨਾਨਕ ਸਾਹਿਬ ਕਰਨ ਲਈ ਸਾਨੂੰ ਪ੍ਰੇਰਦੇ। ਤਿਵੇਂ ਚਲਾਵੈ ਜਿਵ ਹੋਵੈ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਿਡਾਣ ਆਦੇਸ਼ ਤਿਸਾ ਆਦੇਸ਼। ਉਸੇ ਤਿਸ ਨੂੰ ਹੀ ਆਦੇਸ਼ ਹੈ। ਨਮਸਕਾਰ ਕਿਸ ਨੂੰ? ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ, ਜਿਹੜਾ ਹਰ ਸਮੇਂ 'ਚ ਇੱਕੋ ਜਿਹਾ, ਨਾਸ਼ਵੰਤ ਨਹੀਂ, ਸਦਾ ਕਾਇਮ। ਹੁਣ ਪਾਤਸ਼ਾਹ ਜੀ ਦੇ ਇਸ ਸ਼ਲੋਕ ਦੀ ਵਿਚਾਰ ਸਮਝਣ ਦਾ ਯਤਨ ਕਰਦੇ ਹਾਂ। ਪਹਿਲੇ 2 ਪੰਕਤੀਆਂ 'ਚ ਮਹਾਰਾਜ ਨੇ ਫਰਮਾਇਆ, ਮੁਸਲਮਾਨਾਂ ਸਿਫਤ ਸ਼ਰੀਅਤ। ਸ਼ਰੀਅਤ ਕੀ ਹੈ? ਇਸਲਾਮ ਦੀ ਜਿਹੜੀ ਸਭ ਤੋਂ ਬੇਸਿਕ ਧਾਰਮਿਕ ਗ੍ਰੰਥ ਹੈ ਉਹ ਹੈ ਕੁਰਾਨ। ਕੁਰਾਨ ਸ਼ਰੀਫ, ਕੁਰਾਨ ਮਜੀਦ ਆਦਿਕ ਅਨੇਕ ਨਾਵਾਂ ਦੇ ਨਾਲ ਉਸ ਨੂੰ ਸਤਿਕਾਰਿਆ ਜਾਂਦਾ ਹੈ। ਕੁਰਾਨ ਉਹ ਸੰਗ੍ਰਹਿ ਹੈ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਤੱਕ ਫਰਿਸ਼ਤੇ ਖੁਦਾ ਦਾ ਪੈਗਾਮ ਲੈ ਕੇ ਆਏ, ਉਹਦੇ ਵਿੱਚ ਉਹ ਦਰਜ ਹੈ। ਦੂਜਾ ਰੁਤਬਾ ਇਸਲਾਮ ਦੇ ਅੰਦਰ ਹੈ ਹਦੀਸ ਦਾ। ਹਦੀਸ ਦਾ ਅਰਥ ਹੈ ਹਜ਼ਰਤ ਮੁਹੰਮਦ ਸਾਹਿਬ ਨੇ ਜਿਵੇਂ ਆਪ ਜੀਵਨ ਜੀਵਿਆ ਔਰ ਜੋ ਉਹਨਾਂ ਨੇ ਕੁਰਾਨ ਦੀ ਤਫਸੀਲ ਵਿੱਚ ਕੁਝ ਚੀਜ਼ਾਂ ਦਸੀਆਂ ਵੀ ਇਵੇਂ ਨਹੀਂ ਕਰਨਾ, ਇਵੇਂ ਕਰਨਾ ਹੈ, ਇਵੇਂ ਆਹ ਕਾਰਜ ਇਵੇਂ ਕੀਤਾ ਜਾਣਾ ਚਾਹੀਦਾ ਹੈ, ਆਹ ਮੇਰੀ ਪ੍ਰੇਰਨਾ ਹੈ, ਆਹ ਮੇਰੀ ਹਦਾਇਤ, ਉਹ ਪਾਕ ਹਦੀਸ ਵਿੱਚ ਦਰਜ ਹੈ। ਇਸ ਤੋਂ ਅਗਲੇਰਾ ਦਰਜਾ ਹੈ ਸ਼ਰੀਅਤ ਦਾ। ਸ਼ਰੀਅਤ ਨੂੰ ਇਉਂ ਕਹਿ ਲਓ ਕਿ ਸ਼ਰੀਅਤ ਦੇ ਵਿੱਚ 3-4 ਚੀਜ਼ਾਂ ਆ ਜਾਂਦੀਆਂ ਨੇ। ਪਹਿਲੀ ਇਹ, ਵੈਸੇ ਸ਼ਰੀਅਤ ਦਾ ਜੇ ਸੰਖੇਪ ਜਾਂ ਸੌਖਾ ਅਰਥ ਸਮਝੀਏ ਤੇ ਉਹ ਹੈ ਨਿਯਮ ਕਾਨੂੰਨ। ਪਹਿਲਾ ਉਹਦੇ ਵਿੱਚ ਇਹ ਹੈ ਵੀ ਇੱਕ ਮੁਸਲਮਾਨ ਪਾਕ ਕੁਰਾਨ ਨੂੰ ਕਿਵੇਂ ਮੰਨੇ, ਇਸਲਾਮ ਦੀਆਂ ਰਹੁ ਰੀਤਾਂ ਨੂੰ ਕਿਵੇਂ ਫੋਲੋ ਕਰੇ, ਉਹਨੂੰ ਨਮਾਜ਼ ਕਿਵੇਂ ਪੜ੍ਹਨੀ ਚਾਹੀਦੀ ਹੈ, ਉਹਨੂੰ ਆਹ ਕਾਰਜ ਕਿਵੇਂ, ਨਿੱਜੀ ਤੌਰ 'ਤੇ ਉਹਨੂੰ ਧਾਰਮਿਕ ਕਾਰਜ ਕਿਵੇਂ ਕਰਨੇ ਚਾਹੀਦੇ। ਦੂਜਾ ਪਾਠ ਹੈ ਸ਼ਰੀਅਤ ਦਾ, ਜਿਸ ਵਿੱਚ ਜ਼ਿਕਰ ਹੈ ਵੀ ਉਹਨੂੰ ਸਮਾਜਿਕ, ਪਰਿਵਾਰਕ ਜਾਂ ਬਾਕੀ ਸਾਰੇ ਮਸਲਿਆਂ 'ਚ ਕਿਵੇਂ ਵਿਚਰਨਾ ਚਾਹੀਦਾ ਹੈ। ਤੀਜਾ ਪਾਠ ਹੈ ਵੀ ਮਨੁੱਖ ਸਮਾਜਿਕ ਜਾਂ ਰਾਜਨੀਤਿਕ ਤੌਰ 'ਤੇ ਜੇ ਆਹ ਗਲਤੀ ਕਰੇ ਤਾਂ ਉਹਨੂੰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਅਤੇ ਉਹਦੇ ਵਿੱਚ ਕੀ ਮੁਆਫਕ ਹੈ, ਕੀ ਨਾ ਮੁਆਫਕ ਹੈ। ਜਾਨੀ ਦੀਵਾਨੀ ਅਤੇ ਫੌਜਦਾਰੀ ਕਾਨੂੰਨ ਵੀ ਉਹਦਾ ਹਿੱਸਾ ਬਣ ਜਾਂਦੇ ਨੇ। ਫਿਰ ਕਾਜ਼ੀਆਂ ਨੇ ਤੇ ਆਪਣੇ ਅਰਥ ਵੀ ਕੱਢਣੇ ਹੀ ਹੋਏ। ਮਨੁੱਖ ਬੜਾ ਸਵਾਰਥੀ ਹੈ, ਉਹ ਹਰ ਚੀਜ਼ ਨੂੰ ਆਪਣੇ ਫਾਇਦੇ ਲਈ ਵਰਤਦਾ ਹੈ, ਧਰਮ ਗ੍ਰੰਥਾਂ ਨੂੰ ਵੀ ਵਰਤਦਾ ਹੈ, ਵੱਡਿਆਂ ਦੇ ਬਚਨਾਂ ਦੇ ਵੀ ਆਪਣੀ ਮਰਜ਼ੀ ਦੇ ਅਰਥ ਕਰਦਾ ਹੈ। ਉਹਦੇ ਵਿੱਚ ਉਹ ਕਈ ਕੁਝ ਰਲਾਉਂਦਾ ਹੈ, ਕਈ ਕੁਝ ਕੱਢਦਾ ਹੈ, ਜੋ ਉਹਨੂੰ ਸੂਟੇਬਲ ਹੋਵੇ ਇਵੇਂ ਉਹ ਕਰ ਲੈਂਦਾ। ਤਾਂ ਉੱਥੇ ਫਿਰ ਸਮੱਸਿਆਵਾਂ ਅੱਗੇ। ਇਸੇ ਕਰਕੇ ਹੀ ਹਰ ਮਜ਼ਹਬ ਦੀਆਂ ਸ਼ਾਖਾ ਬਣ ਜਾਂਦੀਆਂ ਨੇ, ਉਹਦੇ 'ਚ ਕਈ ਕਲਟ ਪੈਦਾ ਹੋ ਜਾਂਦੇ ਨੇ, ਵੱਖ-ਵੱਖ ਤਰ੍ਹਾਂ ਦੀ ਵਿਆਖਿਆ ਨੂੰ ਮੰਨਣ ਵਾਲੇ ਵੱਖ-ਵੱਖ ਤਰ੍ਹਾਂ ਦੇ ਲੋਕ ਪੈਦਾ ਹੋ ਜਾਂਦੇ ਨੇ। ਜਿਹਨੂੰ ਫਿਰ ਜਿਹੜੀ ਚੀਜ਼ ਸਹੀ ਲੱਗਦੀ ਉਹਨੂੰ ਮੰਨਦਾ, ਉਹ ਦੂਜੀ ਨੂੰ ਗਲਤ ਕਹਿੰਦਾ, ਜਿਹਨੂੰ ਦੂਜੀ ਸਹੀ ਲੱਗਦੀ ਉਹ ਦੂਜੇ ਨੂੰ ਗਲਤ ਕਹਿੰਦਾ। ਐਵੇਂ ਵੱਖਰੇ ਵੱਖਰੇ ਰਸਤੇ, ਔਰ ਲੋਕ ਉਲਝਦੇ ਖੱਪਦੇ ਆਪਸ ਵਿੱਚ ਇਸ ਤਰ੍ਹਾਂ ਵਿਚਰਦੇ ਰਹਿੰਦੇ ਨੇ। ਪਹਿਲਾਂ ਮਜ਼ਹਬ ਆਪਸ ਵਿੱਚ ਟਕਰਾਉਂਦੇ ਨੇ, ਫਿਰ ਮਜ਼ਹਬਾਂ ਦੇ ਵਿੱਚ ਸੰਪਰਦਾਵਾਂ ਟਕਰਾਉਂਦੀਆਂ ਨੇ, ਫਿਰ ਸੰਪਰਦਾਵਾਂ 'ਚ ਅੱਗੇ ਬੰਦੇ ਵਿਆਖਿਆਕਾਰ ਟਕਰਾਉਂਦੇ ਨੇ। ਇਹ ਸਾਰਾ ਸਿਲਸਿਲਾ ਇਵੇਂ ਲਗਾਤਾਰ ਚੱਲਦਾ ਰਹਿੰਦਾ ਹੈ। ਸਮਝ ਹੈ? ਹਰ ਇੱਕ ਮਨੁੱਖ ਦੀ ਆਪਣੀ ਥਿੰਕਿੰਗ ਹੈ। ਉਹ ਕਿਸੇ ਚੀਜ਼ ਦਾ ਭਾਵ ਆਪਣੀ ਮਰਜ਼ੀ ਮੁਤਾਬਕ ਜਦੋਂ ਲੈਂਦਾ ਹੈ ਤਾਂ ਇੱਕ ਨਵੀਂ ਵਿਆਖਿਆ ਕੱਢ ਲੈਂਦਾ ਹੈ।
खैर, पातशाह कहते मुसलमाना सिफत शरीयत, मुसलमान शरीयत की सिफत करते हैं ते आखदे हैं पढ़ पढ़ करें विचार। इस नूं पढ़ते हैं तो इसकी विचार करते हैं, घोख करते हैं, इस बारे एक्सप्लेन करते हैं तो दावा करते हैं बंदे से असल मनुख उही ने जे पवै विच बंदी, जिहड़े शरह की पाबंदी विच रहण, इस दे कानून अनुसार ही सारा जीवन जीण, इस दी मर्जी मुताबक ही अपनी जिंदगी हंडाउण, उही असल बंदे ने। ਜਿਹੜੇ ਇਸ ਤੋਂ ਬਾਹਰ वाले दायरे ਦੇ ਬੰਦੇ ਨੇ ਉਹਨਾਂ ਪ੍ਰਤੀ ਉਹਨਾਂ ਦਾ ਨਜ਼ਰੀਆ ਹੋਰ ਤਰ੍ਹਾਂ ਦਾ ਹੋ ਜਾਂਦਾ ਹੈ, ਕਿਉਂਕਿ ਬੰਦਾ ਜਦੋਂ ਕਿਸੇ ਵਲਗਣ ਵਿੱਚ ਵੱਜ ਜਾਂਦਾ ਹੈ, ਸਟ੍ਰਿਕਟ ਹੋ ਜਾਂਦਾ ਹੈ, ਉਹ ਇੱਕ ਆਪਣੇ ਦਾਇਰੇ ਦੇ ਵਿੱਚ ਰਹਿਣ ਵਾਲੇ ਲੋਕਾਂ ਨਾਲ ਬਿਹੇਵ ਹੋਰ ਤਰ੍ਹਾਂ ਦਾ ਕਰਦਾ ਹੈ ਤੇ ਦਾਇਰੇ ਤੋਂ ਬਾਹਰ ਵਿਚਰਨ ਵਾਲਿਆਂ ਨਾਲ ਵਿਹਾਰ ਉਹਦਾ ਹੋਰ ਤਰ੍ਹਾਂ ਦਾ ਹੁੰਦਾ ਹੈ। कई बार ਉਹਦੇ अंदर ਇਹੋ ਜਿਹੀ ਉਲਝਣ ਖੜੀ ਹੋ ਜਾਂਦੀ ਹੈ ਜਿਹੜੀ ਸਾਰੀ ਜ਼ਿੰਦਗੀ ਨਹੀਂ ਮੁੱਕਦੀ, ਔਰ ਉਹ ਵਿਹਾਰ ਵੀ ਉਸ ਉਲਝਣ ਵਿੱਚੋਂ ਹੀ ਕਰਦਾ ਹੈ। ਮਾਨੀ ਤੰਗ ਦਿਲੀ ਪੈਦਾ ਹੋ ਜਾਂਦੀ ਹੈ ਮਨ ਉਹਦੇ ਅੰਦਰ ਵੀ ਜਿਹੜਾ ਉਹਦੀ ਮਰਜ਼ੀ, ਉਹਦੀ ਵਿਆਖਿਆ ਜਾਂ ਉਹਦੇ ਦਾਇਰੇ ਦੇ ਵਿੱਚ ਆਉਂਦਾ ਹੈ, ਉਹਨੂੰ ਇਹ ਕਹਿੰਦਾ ਵੀ ਇਹ ਤਾਂ ਮੁਕਤੀ ਹੈ, ਇਹਦਾ ਤੇ ਭਲਾ ਹੋਇਆ, ਇਹ ਤਾਂ ਸਹੀ ਬੰਦਾ ਹੈ, ਤਾਂ ਧਰਮੀ ਹੈ। ਉਸ ਦਾਇਰੇ ਵਿੱਚ ਵਿਚਰਨ ਵਾਲੇ ਜੇ ਗਲਤ ਵੀ ਕਰਨ ਤੇ ਉਹਨਾਂ ਦੇ ਉੱਤੇ ਪਰਦਾ ਪਾਉਂਦਾ ਹੈ, ਪਰ ਉਸ ਦਾਇਰੇ ਤੋਂ ਬਾਹਰ ਰਹਿਣ ਵਾਲੇ ਭਾਵੇਂ ਭਲੇ ਹੀ ਹੋਣ, ਉਹਨਾਂ ਦੇ ਪ੍ਰਤੀ ਉਹਦੇ ਅੰਦਰ ਪਹਿਲਾਂ ਹੀ ਇਹ ਖਿਆਲ ਬਣਿਆ ਹੁੰਦਾ ਵੀ ਇਹ ਸਹੀ ਹੀ ਨਹੀਂ ਹਨ, ਕਿਉਂਕਿ ਇਸ ਦਾਇਰੇ ਦੇ ਬੰਦੇ ਨੇ। ਤੁਸੀਂ ਵੇਖੋਗੇ ਭਾਵੇਂ ਦੂਜਾ ਮਨੁੱਖ ਸਾਡੇ ਪ੍ਰਤੀ ਜਾਂ ਆਪਣੇ ਕਿਰਦਾਰ ਵਿੱਚ ਬੇਅੰਤ ਖੋਟ ਰੱਖਦਾ ਹੋਵੇ, ਚਲੋ ਕੋਈ ਨਹੀਂ, ਫਿਰ ਵੀ ਆਪਣਾ ਬੰਦਾ ਹੈ। ਇਸ ਦਾ ਕੀ ਅਰਥ ਹੁੰਦਾ ਹੈ? ਇਹੋ ਹੀ ਪਾਪ ਜੇ ਦੂਜਾ ਕਰਦਾ ਹੈ ਤਾਂ ਆਪਾਂ ਉਹਨੂੰ ਕਹਿੰਦੇ ਨਹੀਂ, ਸਜ਼ਾ ਮਿਲਣੀ ਚਾਹੀਦੀ। ਇਹੀ ਪਾਪ ਜੇ ਸਾਡੇ ਦਾਇਰੇ ਵਾਲਾ ਕਰਦਾ, ਕੋਈ ਨਹੀਂ, ਆਪਣਾ ਹੀ ਬੰਦਾ ਹੈ। ਇਹ ਹੈ ਮੋਹ ਵੀ ਅਸੀਂ ਕਿਸੇ ਸੱਚ ਉੱਤੇ ਨਹੀਂ ਖੜ੍ਹੇ, ਅਸੀਂ ਕਿਸੇ ਗੁਣ ਜਾਂ ਔਗਣ ਦੀ ਪਰਖ ਉੱਤੇ ਨਹੀਂ ਖੜ੍ਹੇ, ਅਸੀਂ ਮੋਹ ਵਿੱਚ ਫਸੇ ਹੋਏ ਹਾਂ। ਮੋਹ ਕੀ ਹੈ? ਸਾਡੇ ਦਾਇਰੇ ਦਾ ਬੰਦਾ ਹੈ, ਸਾਡੇ ਵਰਗੇ ਕੱਪੜੇ ਪਹਿਨਦਾ, ਸਾਡੀ ਵਰਗੀ ਬੋਲੀ ਬੋਲਦਾ, ਸਾਡੇ ਥਾਂ 'ਤੇ ਰਹਿੰਦਾ, ਸਾਡੇ ਉਸ ਖਿੱਚੀ ਹੋਈ ਲਕੀਰ ਦੇ ਅੰਦਰ ਵਾਲਾ ਬੰਦਾ, ਇਸ ਕਰਕੇ ਸਹੀ ਹੈ। ਇਸੇ ਦਾ ਮਹਾਰਾਜ ਨੇ ਜ਼ਿਕਰ ਕੀਤਾ ਹੈ ਨਾ, ਜਿਨ ਵਿੱਚੋਂ ਮੋਹ ਚੁਕਾਇਆ, ਵੀ ਮੋਹ ਹੀ ਨਹੀਂ ਹੈ। ਮੋਹ ਇਹ ਵੀ ਇੱਕ ਮੋਹ ਦਾ ਰੂਪ ਹੈ ਜਿਹਨੂੰ ਮਹਾਰਾਜ ਬਿਆਨ ਕਰ ਰਹੇ ਨੇ। ਬੰਦੇ ਸੇ ਜੇ ਪਵੇਂ ਵਿੱਚ ਬੰਦੀ ਵੇਖਣ ਕਉ ਦੀਦਾਰ, ਉਹ ਕਹਿੰਦੇ ਜੇ ਅੱਲਾਹ ਪਾਕ ਦੇ ਦੀਦਾਰ ਕਰਨੇ ਨੇ ਤਾਂ ਇਸ ਪਾਬੰਦੀ ਵਿੱਚ ਆਉਣਾ ਪਏਗਾ। ਇਸ ਪਾਬੰਦੀ ਦੇ ਵਿੱਚ ਆਏ ਹੋਏ ਹੀ ਅਸਲ ਮਨੁੱਖ ਨੇ। ਦੂਜਿਆਂ ਨੂੰ ਉਹਨਾਂ ਨੇ ਕਾਫਰ ਕਹਿ ਕੇ ਦੁਰਕਾਰ ਵੀ ਤਾਂ ਕਾਫਰ, ਅਸਲ ਮੋਮਨ ਹੋਈ ਨੇ ਜਿਹੜੇ ਇਹਦੇ ਵਿੱਚ ਆ ਜਾਣ। ਅੱਛਾ, ਫਿਰ ਜੇ ਉਹ ਸਾਰੇ ਮੋਮਨ ਨੇ ਸ਼ਰ੍ਹਾ ਦੀ ਪਾਬੰਦੀ ਵਾਲੇ, ਫਿਰ ਜੇ 19-21 ਸ਼ਰ੍ਹਾ ਦੀ ਵਿਆਖਿਆ 'ਚ ਫਰਕ ਪੈਂਦਾ ਹੈ ਤੇ ਇੱਕ ਦੂਜੇ ਖਿਲਾਫ ਤਲਵਾਰਾਂ ਕਿਉਂ ਚੁੱਕਦੇ ਹੋ? ਮੋਮਨ ਦਾ ਗਲਾ ਕੱਟਣ ਲਈ ਤਿਆਰ ਕਿਉਂ ਹੈ? ਫਿਰ ਉੱਥੇ ਫਿਰ ਆਪਣੀ ਹੋਂਦ ਦੀ ਸਮੱਸਿਆ, ਉੱਥੇ ਫਿਰ ਮੋਹ ਦਾ ਇੱਕ ਅਗਲੇਰਾ ਸਟੈਪ ਹੋਰ ਲੈ ਲਿਆ। ਪਹਿਲਾ ਮੋਹ ਮੁਸਲਮਾਨ ਤੇ ਗੈਰ ਮੁਸਲਮਾਨ ਦੇ ਵਿਚਕਾਰ ਦੀਵਾਰ ਖੜੀ ਕਰ ਗਿਆ, ਦੂਜਾ ਮੋਹ ਤੂੰ ਕਿਹੜੇ ਫਿਰਕੇ ਨਾਲ ਸੰਬੰਧਿਤ ਹੈ, ਇਹ ਦੀਵਾਰ ਖੜੀ ਕਰ ਗਿਆ। ਯਾਨੀ ਸਟੈਪ ਬਾਈ ਸਟੈਪ ਬੰਦਾ ਹੌਲੀ ਹੌਲੀ ਇੰਨੀ ਤੰਗ ਦਿਲੀ ਦੇ ਵਿੱਚ ਗਵਾਚ ਜਾਂਦਾ। ਫਿਰ ਦੂਜੀ ਉਦਾਹਰਣ ਮਹਾਰਾਜ ਨੇ ਦਿੱਤੀ, ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ। ਹਿੰਦੂ ਸਲਾਉਂਦੇ ਹਨ ਉਸ ਸਲਾਉਣ ਯੋਗ ਪ੍ਰਮਾਤਮਾ ਨੂੰ, ਪਰਮੇਸ਼ਰ ਨੂੰ, ਆਪਣੇ ਤਰੀਕੇ ਨਾਲ ਦਰਸ਼ਨ, ਸ਼ਾਸਤਰੀ ਵਿਚਾਰਧਾਰਾ ਨਾਲ, ਸ਼ਾਸਤਰਾਂ ਦੇ ਲਿਖੇ ਹੋਏ ਕਥਨਾਂ ਦੇ ਮੁਤਾਬਕ ਉਹ ਉਸ ਸਲਾਉਣ ਯੋਗ ਪਰਮੇਸ਼ਰ ਨੂੰ ਸਲਾਉਣ ਦਾ ਯਤਨ ਕਰਦੇ ਨੇ, ਔਰ ਇਹ ਕਹਿੰਦੇ ਹਨ ਉਸ ਦੇ ਦਰਸ਼ਨ, ਉਸ ਵਾਹਿਗੁਰੂ ਦਾ ਰੂਪ ਬੜਾ ਹੀ ਵਿਸ਼ਾਲ ਹੈ, ਬੜਾ ਸੁੰਦਰ ਸਰੂਪ ਹੈ ਉਹ ਪਰਮੇਸ਼ਰ। ਪਰ ਉਸ ਸੁੰਦਰ ਸਰੂਪ ਦੇ ਸਲਾਉਣ ਯੋਗ ਪਰਮੇਸ਼ਰ ਦੀ ਗੱਲ ਕਰਦਿਆਂ ਕਰਦਿਆਂ ਹੌਲੀ ਹੌਲੀ ਉਹ ਕਰਮ ਕਾਂਡਾਂ ਵਿੱਚ ਜਾ ਪੈਂਦੇ ਨੇ। ਫਿਰ ਉਹ ਡਿਫਾਈਨ ਕਰਨ ਲੱਗ ਜਾਂਦੇ ਨੇ ਇਸ ਗੱਲ ਨੂੰ ਵੀ ਤੀਰਥ ਨਹਾਉਣੇ ਤੇ ਜੀ ਬੜੇ ਜ਼ਰੂਰੀ ਨੇ, ਫਲਾਣੇ ਤੀਰਥ 'ਤੇ ਜਾਈਏ ਤੇ ਆਪ ਪੁੰਨ ਲੱਗਦਾ ਹੈ, ਫਲਾਣੇ ਤੀਰਥ 'ਤੇ ਜਾਈਏ ਪਾਪ ਉਤਰਦਾ ਹੈ,
ਫਲਾਣੇ ਤੀਰਥ 'ਤੇ ਜਾਈਏ ਵਰ ਮਿਲਦਾ ਹੈ, ਫਲਾਣੇ ਤੀਰਥ 'ਤੇ ਜਾਈਏ ਮੁਕਤੀ ਮਿਲਦੀ ਹੈ, ਫਲਾਣੇ ਤੀਰਥ 'ਤੇ ਜਾਈਏ ਸਵਰਗ ਮਿਲਦਾ ਹੈ। ਸਲਾਉਣ ਯੋਗ ਪਰਮੇਸ਼ਰ ਦੀ ਸਿਫਤ ਤੋਂ ਖੁੰਝ ਕੇ ਫਿਰ ਉਹ ਕਰਮ ਕਾਂਡ ਦੀ ਖੱਡ ਵਿੱਚ ਜਾ ਡਿੱਗਦੇ ਨੇ। ਤੀਰਥ ਨਾਵੇਂ ਅਰਚਾ ਪੂਜਾ, ਫਿਰ ਉਹ ਅਰਚਨ ਕਰਦੇ ਨੇ, ਪੂਜਾ ਕਰਦੇ ਨੇ, ਫਿਰ ਪੂਜਾ ਦੀਆਂ ਵਿਧੀਆਂ ਸਿਰਜ ਲੈਂਦੇ ਨੇ। ਫਿਰ ਇੱਕ ਆਪਣੀ ਵਿਧੀ ਨੂੰ ਸਲਾਉਂਦਾ ਤੇ ਦੂਜੇ ਦੀ ਵਿਧੀ ਨੂੰ ਭੰਡਦਾ ਤੇ ਦੂਜਾ ਦੂਜੇ ਦੀ ਵਿਧੀ ਨੂੰ ਗਲਤ ਕਹਿੰਦਾ ਵੀ ਇਸ ਵਿਧੀ ਨਾਲ ਕੀਤੀ ਪੂਜਾ ਪ੍ਰਵਾਨ ਨਹੀਂ। ਤੋ ਜਿੰਨੇ ਦੇਵਤੇ ਉਨੀਆਂ ਵਿਧੀਆਂ, ਤੇ ਜਿੰਨੀਆਂ ਵਿਧੀਆਂ ਉਨੇ ਹੀ ਵੱਖਰੇ ਵੱਖਰੇ ਰਾਹ ਤੇ ਤਰੀਕੇ, ਤੇ ਫਿਰ ਸਾਰਿਆਂ ਦੀ ਆਪਸ ਵਿੱਚ ਕੰਟਰਾਡਿਕਸ਼ਨ ਔਰ ਉਲਝਣ। ਤੇ ਫਿਰ ਗੱਲ ਇਹ ਨਹੀਂ ਵੀ ਚਲੋ ਮੈਂ ਕਰ ਰਿਹਾ ਤੂੰ ਕਰ ਰਿਹਾ, ਗੱਲ ਖਤਮ ਹੋ ਗਈ। ਫਿਰ ਜ਼ੋਰ ਇਸ ਗੱਲ ਤੇ ਹੈ ਵੀ ਤੇਰਾ ਗਲਤ ਹੈ ਸਾਰਾ ਕੁਝ, ਮੇਰੀ ਵਿਧੀ ਸਹੀ ਹੈ। ਉਨੀ ਪਰਪੱਕਤਾ ਉਹਨਾਂ ਨੂੰ ਆਪਣੇ ਕਰਮ ਵਿੱਚ ਨਹੀਂ ਹੁੰਦੀ ਜਿੰਨਾ ਜ਼ੋਰ ਉਹਨਾਂ ਨੂੰ ਦੂਜੇ ਨੂੰ ਨੀਵਾਂ ਵਿਖਾਉਣ ਵਿੱਚ ਲੱਗ ਜਾਂਦਾ। ਤਾਂ ਕਰਮ ਕਾਂਡ ਨਾਲ ਮੋਹ ਪੈ ਗਿਆ। ਮੋਹ ਕਿਹੜੀ ਚੀਜ਼ ਨਾਲ ਹੈ? ਮੇਰਾ ਕਰਮ ਸਹੀ ਹੈ, ਮੈਂ ਇਹਨੂੰ ਕਿਸੇ ਤਰ੍ਹਾਂ ਸਹੀ ਸਾਬਤ ਕਰ ਦਿਆਂ। ਉਹ ਸਾਬਤ ਕਰਨ ਉੱਤੇ ਲੱਗੇ ਹੋਏ ਨੇ। ਉਹਦੇ ਵਿੱਚ ਇਹ ਭੁੱਲ ਹੀ ਜਾਂਦੇ ਨੇ ਵੀ ਸਾਡੇ ਜੀਵਨ 'ਚ ਕੀ ਤਬਦੀਲੀ ਆਈ, ਸਾਡੇ ਅੰਦਰ ਕੀ ਪਰਿਵਰਤਨ ਆਇਆ। ਸਾਡੇ ਅੰਦਰ ਤਾਂ ਸਹਿਜ ਨਹੀਂ ਆਇਆ, ਸਾਡੇ ਅੰਦਰ ਤਾਂ ਟਿਕਾ ਨਹੀਂ ਆਇਆ। ਅਸੀਂ ਤਾਂ ਹੋਰ ਦੌੜ ਵਿੱਚ ਪਏ ਹੋਏ ਹਾਂ, ਜਿੱਤ ਹਾਰ ਦਾ ਮਸਲਾ ਬਣਾ ਲਿਆ, ਸਹੀ ਗਲਤ ਦਾ ਮਸਲਾ ਸਿਰਜ ਲਿਆ। ਤੋ ਉਹ ਜਿਹੜੀਆਂ ਮਾਨਤਾਵਾਂ ਨੇ ਉਹਨਾਂ ਦੀਆਂ ਆਪਣੀਆਂ, ਆਪਣੇ ਜਿਹੜੇ ਕਰਮ ਕਾਂਡ, ਜਿਨ੍ਹਾਂ ਕਰਮ ਕਾਂਡਾਂ ਨਾਲ ਉਹਨਾਂ ਨੂੰ ਮੋਹ ਹੈ, ਉਹ ਉਹਨਾਂ ਨੂੰ ਵਡਿਆਉਣ 'ਤੇ ਲੱਗ ਜਾਂਦੇ ਨੇ। ਫਿਰ ਮਹਾਰਾਜ ਕਹਿੰਦੇ ਨੇ ਤੀਸਰੀ ਉਦਾਹਰਣ, ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ। ਜੋਗ ਮਤ ਵਿੱਚ ਸ਼ੂਨਯ ਸੁਨ ਅਵਸਥਾ ਦਾ ਬਹੁਤ ਜ਼ਿਕਰ ਹੈ। ਉਹਦਾ ਕਾਰਨ ਹੈ ਕਿ ਧਾਰਮਿਕ ਵਿਚਾਰਧਾਰਾ ਇਹ ਕਹਿੰਦੀ ਹੈ ਵੀ ਜਗਤ ਰਚਨਾ ਤੋਂ ਪਹਿਲਾਂ ਪਰਮੇਸ਼ਰ ਅਫੁਰ ਅਵਸਥਾ ਵਿੱਚ, ਜਿਹਨੂੰ ਨਿਰਗੁਣ ਸਰੂਪ ਕਿਹਾ ਜਾਂਦਾ, ਫਿਰ ਉਹਨੇ ਸਾਰਾ ਕੁਝ ਜ਼ਹੂਰ ਵਿੱਚ ਲਿਆਂਦਾ। ਜੋਗੀ ਕਹਿੰਦੇ ਨੇ ਜਿੰਨਾ ਚਿਰ ਤੁਸੀਂ ਦੇਹੀ ਨੂੰ ਭੁੱਲ ਕੇ ਇਸ ਪੰਜਾਂ ਤੱਤਾਂ ਦੀ ਦੇਹੀ ਔਰ ਪਦਾਰਥ ਤੇ ਸਾਰੇ ਅਸਥੂਲ ਸਰੂਪ ਨੂੰ ਸੁਰਤ ਵਿੱਚੋਂ ਕੱਢ ਕੇ ਆਪਣੇ ਆਪ ਨੂੰ ਸੂਖਮ ਰੂਪ ਨਹੀਂ ਕਰ ਲੈਂਦੇ, ਪਰਮੇਸ਼ਰ ਦਾ ਮਿਲਾਪ ਨਹੀਂ ਹੋ ਸਕਦਾ। ਇਸ ਕਰਕੇ ਉਹ ਜੋਗੀ ਸੁਨ ਧਿਆਵਨ ਜੇਤੇ ਅਫੁਰ ਅਵਸਥਾ ਦੀ ਗੱਲ ਕਰਦੇ ਹਾਂ, ਉਸ ਨੂੰ ਧਿਆਉਣ ਦਾ ਯਤਨ ਕਰਦੇ ਨੇ। ਤੇ ਕਹਿੰਦੇ ਨੇ ਅਲਖ ਨਾਮ ਕਰਤਾਰ, ਉਹ ਆਪਣੀ ਰਸਨਾ ਤੋਂ ਪਰਮੇਸ਼ਰ ਦਾ ਨਾਮ ਅਲਖ ਜਾਂ ਨਿਰੰਜਨ ਕਹਿ ਕੇ ਬਾਰ-ਬਾਰ ਬੋਲਦੇ ਹਨ। ਸੂਖਮ ਮੂਰਤ ਨਾਮ ਨਿਰੰਜਨ, ਤੇ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਬੜਾ ਸੂਖਮ, ਉਹਦੀ ਹਸਤੀ ਬੜੀ ਸੂਖਮ ਹੈ, ਅਸਥੂਲ ਤੋਂ ਰਹਿਤ ਹੈ, ਪਦਾਰਥ ਤੋਂ ਮੁਕਤ ਹੈ, ਤੱਤਾਂ ਤੋਂ ਮੁਕਤ ਹੈ। ਕਾਇਆ ਕਾ ਕਾਰਜ ਜਿਤਨਾ ਵੀ ਸੰਸਾਰ ਹੈ, ਇਹ ਸਮਝੋ ਉਹਦੀ ਕਾਇਆ ਹੈ, ਤੇ ਪਰਮੇਸ਼ਰ ਆਪ ਆਤਮ ਰੂਪ ਹੈ। ਪਰ ਉਸ ਨੂੰ ਹਾਸਲ ਕਰਨ ਲਈ ਜਾਂ ਉਸ ਦੀ ਨੇੜਤਾ ਪਾਉਣ ਲਈ, ਜੀਵਨ ਦੇ ਕਲਿਆਣ ਲਈ ਉਹ ਯੋਗ ਸਾਧਨਾਵਾਂ 'ਤੇ, ਸਰੀਰ ਨੂੰ ਤਪ ਸਾਧਨ, ਖਪਾਉਣ, ਦੁੱਖ ਦੇਣ 'ਤੇ ਜ਼ੋਰ ਦਿੰਦੇ ਨੇ। ਜਾਨੀ ਇੱਥੇ ਫਿਰ ਆ ਕੇ ਉਹ ਕਾਇਆ, ਅਗਰ ਪਰਮੇਸ਼ਰ ਦੀ ਕਾਇਆ ਹੈ ਜਗਤ ਤੇ ਪਰਮੇਸ਼ਰ ਹੈ ਆਤਮਾ ਰੂਪ, ਫਿਰ ਪਰਮੇਸ਼ਰ ਆਤਮਾ ਰੂਪ ਔਰ ਸਰੀਰ ਕਾਇਆ ਸੰਸਾਰ ਦੋਵੇਂ ਚੀਜ਼ਾਂ ਰਲ ਕੇ ਇੱਕ ਜੀਵਨ ਬਣਿਆ ਨਾ। ਫਿਰ ਉਹ ਆਪਣੇ ਦੇਹੀ ਨੂੰ ਨਫ਼ਰਤ ਕਿਉਂ ਕਰਨ ਲੱਗ ਜਾਂਦੇ ਨੇ? ਇਹਦੇ 'ਤੇ ਸਵਾਹ ਮੜ ਲਈ, ਜਟਾਂ ਬਣਾ ਲੀਆਂ, ਜਲ ਧਾਰੇ ਕਰ ਲਏ, ਨੰਗੇ ਭੁੱਖੇ ਰਹਿ ਲਿਆ, ਮੁੰਦਰਾਂ ਪਾ ਲਈਆਂ, ਸਰੀਰ ਨੂੰ ਸ਼ਮਸ਼ਾਨ ਭੂਮੀ 'ਚ ਸਾੜ ਲਿਆ, ਹੋਰ ਬੜੇ ਰਸਤੇ ਅੱਗੇ ਤੋਂ ਅੱਗੇ ਕਠਿਨਾਈਆਂ ਦੇਹੀ ਨੂੰ ਦਿੱਤੀਆਂ। ਵੀ ਦੇਹੀ ਨੂੰ ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਤੁੱਛ ਚੀਜ਼ ਹੈ। ਅਗਰ ਜਗਤ ਪਰਮੇਸ਼ਰ ਦੀ ਕਾਇਆ ਹੈ, ਪਰਮੇਸ਼ਰ ਆਪ ਆਤਮ ਰੂਪ ਹੈ, ਇਸੇ ਤਰ੍ਹਾਂ ਪਰਮੇਸ਼ਰ ਸਾਡੇ ਅੰਦਰ ਭੀਤਰ ਵੀ ਆਤਮ ਰੂਪ ਵਿੱਚ ਹੈ, ਤੇ ਇਹ ਕਾਇਆ ਵੀ ਤਾਂ ਫਿਰ ਉਹਦੀ ਹੋਈ। ਫਿਰ ਇਹਦੇ ਨਾਲ ਨਫ਼ਰਤ ਕਾਹਦੀ? ਕਿਉਂਕਿ ਮੋਹ ਆਪਣੇ ਥੌਟ ਨਾਲ ਪੈ ਗਿਆ, ਰਸਤੇ ਨਾਲ ਪੈ ਗਿਆ, ਤਕਨੀਕ ਨਾਲ ਮੋਹ ਵੱਧ ਗਿਆ, ਪਰ ਜਿੱਥੇ ਪਹੁੰਚਣਾ ਸੀ ਉਹਦਾ ਚੇਤਾ ਭੁੱਲ ਗਿਆ। ਹਜ਼ੂਰ ਅੱਗੇ ਕਹਿੰਦੇ ਨੇ ਸਤੀਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ। ਸਤੀ ਕਹਿੰਦੇ ਨੇ ਦਾਨੀਆਂ ਨੂੰ। ਦੁਨੀਆ ਵਿੱਚ ਬਹੁਤ ਵੱਡੇ ਵੱਡੇ ਦਾਨੀ ਨੇ, ਉਹਨਾਂ ਦੇ ਮਨ ਅੰਦਰ ਖੁਸ਼ੀ ਪੈਦਾ ਹੁੰਦੀ, ਉਤਸ਼ਾਹ ਹੁੰਦਾ ਵੀ ਆਪਣੇ ਹੱਥੋਂ ਕੁਝ ਦੇਈਏ, ਇਹ ਭਾਵਨਾ ਸੁੱਚੀ ਹੈ। ਪਰ ਉਹ ਉਸ ਵੇਲੇ ਆਪਣੇ ਮਾਰਗ ਤੋਂ ਥਿੜਕ ਜਾਂਦੇ ਨੇ ਜਦੋਂ ਦੇ ਮੰਗੈ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਜਦੋਂ ਦੋ ਲਾਲਚ ਉਹਨਾਂ ਦੇ ਅੰਦਰ ਉਪਜ ਪੈਂਦੇ ਨੇ। ਪਹਿਲਾ, ਜਿੰਨਾ ਉਹ ਦਿੰਦੇ ਨੇ
ਉਹਨਾਂ ਉਹ ਵੱਧ ਮੰਗਦੇ ਵੀ ਨੇ। ਅਸੀਂ ਇਸ ਕਰਕੇ ਦਈਏ ਵੀ ਰੱਬ ਸਾਨੂੰ ਜ਼ਿਆਦਾ ਦੇਵੇ। ਇਹ ਤਾਂ ਇਨਵੈਸਟਮੈਂਟ ਹੋ ਗਈ ਕਿ ਤੁਸੀਂ ਅੰਦਰੋਂ ਸੋਚਿਓ ਇਸ ਕਰਕੇ ਥੋੜ੍ਹਾ ਦੇ ਰਹੇ ਹੋ, ਤੁਹਾਨੂੰ ਜ਼ਿਆਦਾ ਚਾਹੀਦਾ, ਤੁਸੀਂ ਇਸ ਕਰਕੇ ਦੇ ਰਹੇ ਹੋ, ਇਨਵੈਸਟਮੈਂਟ ਕੀਤੀ ਹੈ। ਅਤੇ ਦੂਜਾ, ਸ਼ੋਭ ਕਰੇ ਸੰਸਾਰ, ਵੀ ਸਾਡੀ ਜਗਤ ਵਿੱਚ ਸ਼ੋਭਾ ਹੋਏ ਕਿਉਂਕਿ ਅਸੀਂ ਦੇ ਰਹੇ ਹਾਂ। ਲੋਕ ਵੇਖਣ, ਲੋਕ ਸਲਾਉਣ, ਲੋਕ ਸਾਨੂੰ ਦਾਨੀ ਕਹਿਣ, ਵੱਡਾ ਕਹਿਣ, ਇਹ ਵੀ ਇਨਵੈਸਟਮੈਂਟ ਹੀ ਹੋਈ। ਤੁਸੀਂ ਇਹਦੇ ਬਦਲੇ 'ਚ ਵਡਿਆਈ ਲਈ ਹੈ, ਰਿਸਪੈਕਟ ਲਈ ਹੈ, ਸਤਿਕਾਰ ਲਿਆ, ਵਾਹ ਵਾਹ ਅਖਵਾਇਆ। ਮਹਾਰਾਜ ਕਹਿੰਦੇ ਐਵੇਂ ਉਹਨਾਂ ਦਾ ਮੋਹ ਆਪਣੀ ਵਡਿਆਈ ਨਾਲ, ਪ੍ਰਭਤਾ ਨਾਲ ਜੁੜ ਜਾਂਦਾ ਹੈ। ਫਿਰ ਪਾਤਸ਼ਾਹ ਕਹਿੰਦੇ, ਇੱਕ ਚੋਰਾਂ ਜਾਰਾਂ ਤੈ ਕੂੜਿਆਰਾਂ ਖਰਾਬਾਂ ਵੇਕਾਰ। ਅਗਲੀ ਸਟੇਜ 'ਤੇ ਉਹ ਲੋਕ ਨੇ ਜਿਹੜੇ ਚੋਰੀਆਂ ਕਰਦੇ ਨੇ, ਬਦਕਾਰੀਆਂ ਕਰਦੇ ਨੇ, ਵਿਕਾਰ ਭੋਗਦੇ ਨੇ, ਮੰਦੇ ਅਮਲ ਕਮਾਉਂਦੇ ਨੇ, ਗੜਬੜੀਆਂ ਪੈਦਾ ਕਰਦੇ ਨੇ, ਉਲਝਣਾਂ ਕ੍ਰੀਏਟ ਕਰਦੇ ਨੇ ਦੂਜਿਆਂ ਦੇ ਜੀਵਨ ਵਿੱਚ, ਆਪਣੇ ਜੀਵਨ 'ਚ ਸਮੱਸਿਆਵਾਂ ਹੀ ਪੈਦਾ ਕਰਨ ਦੇ ਉੱਤੇ ਲੱਗੇ ਰਹਿੰਦੇ ਨੇ। ਉਹ ਕੀ ਕਰਦੇ ਨੇ? ਇੱਕ ਹੁੰਦਾ ਖਾਏ ਚਲੇ ਐਥਾਂ। ਉਹਨਾਂ ਦੇ ਪੱਲੇ ਜਿਹੜੀ ਚੰਗਿਆਈ ਹੁੰਦੀ ਉਹ ਵੀ ਗਵਾ ਕੇ ਦੁਨੀਆ ਤੋਂ ਜਾਂਦੇ ਨੇ। ਉਹਨਾਂ ਨੇ ਕੁਝ ਆਪਣੇ ਜੀਵਨ 'ਚ ਚੰਗਿਆਈ ਵਧਾਉਣੀ ਤਾਂ ਕੀ, ਜਿਹੜੀ ਮਾੜੀ ਮੋਟੀ ਹੁੰਦੀ ਹੈ ਉਹਦਾ ਵੀ ਖਾਤਮਾ ਕਰਕੇ ਖਾਲੀ ਹੱਥ ਜਹਾਨ ਤੋਂ ਤੁਰ ਜਾਂਦੇ ਨੇ। ਤੇ ਨਾ ਵੀ ਕਾਈ ਕਾਰ, ਉਹਨਾਂ ਦਾ ਵੀ ਕਾਰਜ ਕਿਹੜਾ ਕਾਰਜ ਹੋਇਆ, ਜਾਨੀ ਉਹ ਤਾਂ ਨਖਿੱਧ ਲੋਕ ਨੇ। ਉਹ ਆਪਣੇ ਸੰਸਕਾਰਾਂ ਦੇ ਮੁਤਾਬਕ ਕਾਰ ਵਿਹਾਰ ਕਰਦੇ ਨੇ, ਮੰਦੇ ਅਮਲ। ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰਾਂ ਕਾਰ, ਜਿਨੇ ਜਲ ਵਿੱਚ, ਪਾਣੀ 'ਚ, ਧਰਤੀ 'ਤੇ, ਮਹੀਤਲ ਸਪੇਸ ਵਿੱਚ ਜਿੰਨੀਆਂ ਵੀ ਪੁਰੀਆਂ, ਵੱਖ-ਵੱਖ ਹਿੱਸੇ ਖੰਡ ਬ੍ਰਹਿਮੰਡ ਦੇ ਹਰ ਜਗ੍ਹਾ 'ਤੇ ਜਿੰਨੇ ਜੀ ਜੰਤ ਹਨ, ਵਰਤ ਰਹੇ ਹਨ, ਜੀ ਰਹੇ ਹਨ, ਉਪਜ ਰਹੇ ਹਨ, ਜਿੰਨੇ ਆਕਾਰ ਹਨ ਇਸ ਧਰਤੀ 'ਤੇ, ਪਦਾਰਥ ਦੇ ਹੋਣ, ਬ੍ਰਹਿਮੰਡੀ ਹੋਣ, ਉਹ ਇਹ ਜੋ ਆਖੈ ਸੋ ਤੂੰ ਹੈ ਜਾਣੈ ਤਿਨਾ ਵੀ ਤੇਰੀ ਸਾਰ। ਹੇ ਮੇਰੇ ਪਰਮੇਸ਼ਰ, ਜਿਵੇਂ ਜਿਵੇਂ ਜਿੱਥੇ ਜਿੱਥੇ ਕੋਈ ਜੀਵ ਜਿਸ ਤਰ੍ਹਾਂ ਦਾ ਵਿਚਰ ਰਿਹਾ ਤੂੰ ਜਾਣਦਾ, ਸਾਰਿਆਂ ਦੀ ਸਾਰ ਲੈਣ ਵਾਲਾ ਤੂੰ ਹੈ, ਤੂੰ ਸਭ ਤੋਂ ਵੱਡਾ ਹੈ, ਤੂੰ ਸਭ ਤੋਂ ਉੱਤਮ ਹੈ। ਇਸ ਕਰਕੇ ਤੇਰੇ ਇਸ ਵੱਡਪਣ ਨੂੰ ਜਾਣਦਿਆਂ ਨਾਨਕ ਭਗਤਾਂ ਭੁੱਖ ਸਲਾਹਣ। ਤੇਰੇ ਭਗਤਾਂ ਨੂੰ ਕੇਵਲ ਭੁੱਖ ਤੇਰੀ ਸਿਫਤ ਦੀ ਹੁੰਦੀ, ਉਹ ਤੇਰੀ ਸਿਫਤ ਵਿੱਚੋਂ ਸੁੱਖ ਭਾਲਦੇ ਨੇ। ਉਹਨਾਂ ਨੂੰ ਨਾ ਕਿਸੇ ਕਰਮਕਾਂਡ ਨਾਲ, ਨਾ ਸ਼ਰੀਅਤ ਦੇ ਬੰਧਾਨ ਨਾਲ, ਨਾ ਕਿਸੇ ਤੰਗ ਦਿਲੀ ਜਾਂ ਵਲਗਣ ਨਾਲ, ਨਾ ਕਿਸੇ ਵਿਕਾਰ ਪਦਾਰਥ, ਇਹਨਾਂ ਸਾਰੀਆਂ ਚੀਜ਼ਾਂ ਨਾਲ ਉਹਨਾਂ ਦਾ ਮੋਹ ਨਹੀਂ ਹੁੰਦਾ। ਉਹ ਬੜੇ ਸਾਫ਼ ਦੇ ਲੋਕ ਏ। ਇਹਨਾਂ ਉਲਝਣਾਂ ਤੋਂ ਉੱਪਰ ਉੱਠ ਕੇ ਤੇਰੀ ਇਬਾਦਤ, ਤੇਰੀ ਬੰਦਗੀ, ਤੇਰੇ ਗੁਣਾਂ ਦਾ ਚਿੰਤਨ ਕਰਦੇ ਨੇ, ਇਹੀ ਤਾਂਘ ਆਪਣੇ ਅੰਦਰ ਰੱਖਦੇ ਨੇ। ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ। ਉਹਨਾਂ ਨੂੰ ਆਸਰਾ ਕੇਵਲ ਤੇਰੇ ਸੱਚੇ ਨਾਮ ਦਾ ਹੁੰਦਾ ਹੈ। ਸਦਾ ਆਨੰਦ ਰਹੇ ਦਿਨ ਰਾਤੀ, ਇਸੇ ਕਰਕੇ ਉਹ ਸਦਾ ਅੰਦਰੋਂ ਖਿੜੇ ਰਹਿੰਦੇ ਨੇ, ਆਨੰਦਿਤ ਰਹਿੰਦੇ ਨੇ, ਕਿਉਂਕਿ ਉਹ ਕਿਸੇ ਵਲਗਣ ਦੇ ਵਿੱਚ ਨਹੀਂ ਬੱਝੇ। ਗੁਣਵੰਤਿਆਂ ਪਾਸ਼ਾਰ, ਉਹ ਸਦਾ ਹੀ ਗੁਣਵੰਤੇ ਨੇ, ਗੁਣ ਗ੍ਰਹਿਣ ਕਰਨ ਵਾਲੇ ਨੇ, ਗੁਣੀ ਮਨੁੱਖ ਨੇ ਅਤੇ ਗੁਣਾਂ ਨੂੰ ਪ੍ਰੇਮ ਕਰਦੇ ਨੇ। ਅਤੇ ਜਿੱਥੇ ਵੀ ਗੁਣਵਾਨ ਮਨੁੱਖ ਉਹਨਾਂ ਨੂੰ ਮਿਲੇਗਾ ਉਹ ਉਹਦਾ ਆਦਰ ਕਰਨਗੇ। ਉਹ ਇਹ ਨਹੀਂ ਵੇਖਣਗੇ ਵੀ ਇਹ ਕਿਹੜੇ ਦਾਇਰੇ ਦਾ ਬੰਦਾ ਹੈ। ਉਹ ਉਹਨਾਂ ਦੇ ਕਦਮਾਂ ਦੀ ਖਾਕ ਹੋ ਜਾਂਦੇ ਨੇ, ਨਿਮਰਤਾ ਰੱਖਦੇ ਨੇ। ਔਰ ਹਜ਼ੂਰ ਕਹਿੰਦੇ ਨੇ, ਮੈਂ ਐਸੇ ਗੁਣਵੰਤਿਆਂ ਦਾ ਆਦਰ ਕਰਦਾ ਹਾਂ, ਸਤਿਕਾਰ ਕਰਦਾ ਹਾਂ। ਸਾਹਿਬ ਕਿਰਪਾ ਕਰਨ। ਅਗਲੇਰਾ ਸਲੋਕ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਨ ਦਾ ਅਭਿਆਸ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।